ਸਤਿ ਸ਼੍ਰੀ ਅਕਾਲ ਜੀ। ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ। ਕਰਦੇ ਹਾਂ ਜੀ ਕਹਾਣੀ ਸ਼ੁਰੂ। ਮੇਰੀ ਪਤਨੀ ਇੱਕ ਡਾਕਟਰ ਸੀ। ਇੱਕ ਆਦਮੀ ਹਰ ਦੂਜੇ ਦਿਨ ਸਾਡੇ ਘਰ ਆਉਂਦਾ ਤੇ ਕਹਿੰਦਾ, ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਤੇ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਜਾਂਦਾ। ਮੇਰੀ ਪਤਨੀ ਸਾਰੀ ਰਾਤ ਉੱਥੇ ਰਹਿੰਦੀ ਤੇ ਅਗਲੇ ਦਿਨ ਵਾਪਸ ਆਉਂਦੀ। ਇਹ ਸਿਲਸਿਲਾ ਇਸੇ ਤਰ੍ਹਾਂ ਕੁਝ ਦਿਨਾਂ ਤੋਂ ਚੱਲ ਰਿਹਾ ਸੀ। ਪਹਿਲਾਂ ਤਾਂ ਮੈਂ ਇਹੀ ਸੋਚ ਕੇ ਸਭ ਨਜ਼ਰਅੰਦਾਜ਼ ਕਰ ਰਿਹਾ ਸੀ ਕਿ ਇਹ ਮੇਰੀ ਪਤਨੀ ਦਾ ਫਰਜ਼ ਹੈ ਕਿ ਉਹ ਮਰੀਜ਼ ਦਾ ਧਿਆਨ ਰੱਖੇ ਤੇ ਉਸਦੇ ਕੋਲ ਹੀ ਰਹੇ। ਪਰ ਹੁਣ ਤਾਂ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ। ਮੇਰੀ ਪਤਨੀ ਦਾ ਸੁਭਾਅ ਤੇ ਚਾਲ ਚੱਲਣ ਬਹੁਤ ਹੀ ਅਜੀਬ ਤਰੀਕੇ ਦਾ ਹੋ ਗਿਆ ਸੀ, ਜਿਹੜੀ ਮੇਰੇ ਤੋਂ ਇੱਕ ਪਲ ਇੱਕ ਰਾਤ ਵੀ ਨਹੀਂ ਸੀ ਗੁਜ਼ਾਰ ਸਕਦੀ। ਹੁਣ ਤਾਂ ਉਹ ਮੇਰੇ ਤੋਂ ਬਿਨਾਂ ਕਈ ਰਾਤਾਂ ਬਾਹਰ ਰਹਿੰਦੀ ਸੀ। ਮੈਂ ਵੀ ਉਸ ਨੂੰ ਪੂਰੀ ਤਰ੍ਹਾਂ ਖੁਸ਼ ਰੱਖਦਾ ਸੀ। ਮੇਰੇ ਵਿੱਚ ਕੋਈ ਕਮੀ ਨਹੀਂ ਸੀ, ਪਰ ਪਤਾ ਨਹੀਂ ਕਿਉਂ ਉਸ ਆਦਮੀ ਦਾ ਉਸ ਨੂੰ ਇੰਨਾ ਹੀ ਚਸਕਾ ਸੀ ਕਿ ਉਸ ਨੂੰ ਹੁਣ ਮੇਰੀ ਕੋਈ ਜ਼ਰੂਰਤ ਹੀ ਨਹੀਂ ਸੀ। ਫਿਰ ਜਦੋਂ ਮੈਂ ਇੱਕ ਦਿਨ ਸੱਚਾਈ ਜਾਣਨ ਲਈ ਉਸ ਦਾ ਪਿੱਛਾ ਕੀਤਾ ਤਾਂ ਮੈਂ ਜਦੋਂ ਉਸ ਨੂੰ ਉਸ ਆਦਮੀ ਨਾਲ ਜਿਸ ਹਾਲਤ ਵਿੱਚ ਦੇਖਿਆ, ਉਹ ਮੈਨੂੰ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਮੈਨੂੰ ਇਹ ਕੁਝ ਗਲਤ ਲੱਗ ਰਿਹਾ ਸੀ ਕਿ ਕਿਤੇ ਉਹ ਆਦਮੀ ਮੇਰੀ ਆਪਣੀ ਬਿਮਾਰ ਮਾਂ ਦੇ ਚੱਕਰ ਵਿੱਚ ਮੇਰੀ ਪਤਨੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ। ਇੱਕ ਦਿਨ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਰਾਤ ਨੂੰ ਉੱਥੇ ਨਾ ਰੁਕਿਆ ਕਰ, ਮੈਨੂੰ ਚੰਗਾ ਨਹੀਂ ਲੱਗਦਾ। ਤਾਂ ਉਹ ਇਹ ਕਹਿ ਕੇ ਮੈਨੂੰ ਚੁੱਪ ਕਰਵਾ ਦਿੰਦੀ ਕਿ ਇਹ ਮੇਰਾ ਫਰਜ਼ ਹੈ। ਤੇ ਰਹੀ ਗੱਲ ਉਸ ਆਦਮੀ ਦੀ, ਤਾਂ ਤੁਸੀਂ ਚਿੰਤਾ ਨਾ ਕਰੋ। ਮੇਰੀ ਪਤਨੀ ਦਾ ਸੁਭਾਅ ਇੰਨਾ ਸਖਤ ਸੀ, ਮੈਨੂੰ ਨਾ ਚਾਹੁੰਦੇ ਹੋਏ ਨੂੰ ਵੀ ਖਾਮੋਸ਼ ਰਹਿਣਾ ਪਿਆ। ਪਰ ਮੈਨੂੰ ਆਪਣੀ ਪਤਨੀ ਦੀਆਂ ਹਰਕਤਾਂ ਠੀਕ ਨਹੀਂ ਸੀ ਲੱਗ ਰਹੀਆਂ। ਉਹਨਾਂ ਦਾ ਇਸ ਤਰ੍ਹਾਂ ਹਰ ਰੋਜ਼ ਇੱਕ ਦੂਸਰੇ ਨਾਲ ਮਿਲਣਾ, ਇਹ ਸਿਲਸਿਲਾ ਵੱਧਦਾ ਹੀ ਜਾ ਰਿਹਾ ਸੀ। ਫਿਰ ਇੱਕ ਦਿਨ ਸਵੇਰੇ ਸਵੇਰੇ ਜਦੋਂ ਮੈਂ ਨਾਸ਼ਤੇ ਤੋਂ ਬਾਅਦ ਦਫ਼ਤਰ ਜਾਣ ਲਈ ਘਰ ਤੋਂ ਬਾਹਰ ਨਿਕਲਿਆ ਤਾਂ ਉਹ ਆਦਮੀ ਆਪਣੀ ਮੋਟਰਸਾਈਕਲ ਤੋਂ ਉਤਰ ਕੇ ਸਾਡੇ ਹੀ ਦਰਵਾਜ਼ੇ ਵੱਲ ਆ ਰਿਹਾ ਸੀ। ਮੈਂ ਉਸ ਨੂੰ ਰਸਤੇ ਵਿੱਚ ਹੀ ਰੋਕ ਲਿਆ ਤੇ ਪਹਿਲਾਂ ਸਲਾਮ ਕੀਤਾ, ਤਾਂ ਉਸਨੇ ਮੇਰੇ ਸਲਾਮ ਦਾ ਜਵਾਬ ਦਿੱਤਾ ਤੇ ਅੱਧਾ ਦਰਵਾਜ਼ਾ ਖੋਲ੍ਹ ਕੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਗਰਦਨ ਮੋੜੀ ਤੇ ਦਰਵਾਜ਼ੇ ਵੱਲ ਦੇਖਿਆ ਤੇ ਫਿਰ ਦੁਬਾਰਾ ਉਸ ਨੂੰ ਦੇਖਿਆ ਤੇ ਪੁੱਛਿਆ ਕਿ ਹੁਣ ਤੇਰੀ ਮਾਂ ਦੀ ਤਬੀਅਤ ਕਿਵੇਂ ਆ? ਤਾਂ ਕਹਿਣ ਲੱਗਿਆ, ਸਰ, ਇਸ ਲਈ ਤਾਂ ਅੱਜ ਦੁਬਾਰਾ ਆਇਆ, ਉਹਨਾਂ ਦੀ ਤਬੀਅਤ ਸੰਭਲ ਨਹੀਂ ਰਹੀ। ਮੈਂ ਅਫਸੋਸ ਨਾਲ ਆਪਣੇ ਬੁੱਲ੍ਹਾਂ ਨੂੰ ਦਬਦੇ ਹੋਏ ਹਲਕੀ ਜਿਹੀ ਆਵਾਜ਼ ਕੱਢੀ ਤੇ ਨਾਲ ਹੀ ਪਤਨੀ ਨੂੰ ਆਵਾਜ਼ ਦਿੱਤੀ। ਅੰਦਰ ਤੋਂ ਉਸਦੀ ਆਵਾਜ਼ ਆਈ ਕਿ ਆ ਰਹੀ ਹਾਂ। ਪਰ ਉਹ ਆਦਮੀ ਕਹਿਣ ਲੱਗਿਆ ਕਿ ਮੈਂ ਖੁਦ ਜਾ ਕੇ ਬੁਲਾਉਂਦਾ ਹਾਂ ਡਾਕਟਰਨੀ ਸਾਹਿਬਾ ਨੂੰ। ਉਸ ਆਦਮੀ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਤਾਂ ਬਹੁਤ ਆਇਆ, ਪਰ ਮੈਂ ਸਬਰ ਤੋਂ ਕੰਮ ਲੈਂਦੇ ਹੋਏ ਦੰਦਾਂ ਨੂੰ ਪੀਸ ਕੇ ਕਿਹਾ ਕਿ ਨਹੀਂ, ਤੁਹਾਨੂੰ ਜ਼ਰੂਰਤ ਨਹੀਂ, ਮੈਂ ਖੁਦ। ਤਾਂ ਉਹ ਖੁਦ ਹੀ ਆ ਰਹੀ ਹੈ। ਫਿਲਹਾਲ ਮੇਰੇ ਲਹਿਜੇ ਵਿੱਚ ਸਖਤੀ ਮਹਿਸੂਸ ਕਰਕੇ ਉਹ ਖਾਮੋਸ਼ ਹੋ ਗਿਆ, ਇਸ ਲਈ ਆਪਣੀ ਬਾਈਕ ਕੋਲ ਜਾ ਕੇ ਖੜਾ ਹੋ ਗਿਆ। ਤਕਰੀਬਨ 5 ਮਿੰਟ ਬਾਅਦ ਮੇਰੀ ਪਤਨੀ ਆਪਣਾ ਬੈਗ ਲੈ ਕੇ ਬਾਹਰ ਨਿਕਲੀ ਤੇ ਮੈਨੂੰ ਬਾਏ ਕਹਿੰਦੇ ਉਸ ਆਦਮੀ ਦੇ ਨਾਲ ਚਲੀ ਗਈ। ਦੂਰ ਤੱਕ ਮੇਰੀਆਂ ਨਜ਼ਰਾਂ ਨੇ ਉਸ ਮੋਟਰਸਾਈਕਲ ਦਾ ਪਿੱਛਾ ਕੀਤਾ ਸੀ। ਇੱਕ ਜੰਗ ਜੋ ਮੇਰੇ ਅੰਦਰ ਤੋਂ ਜਾਗ ਉੱਠੀ ਸੀ, ਕਿਉਂਕਿ ਮੈਂ ਜਾਣਦਾ ਸੀ ਕਿ ਮੇਰੀ ਪਤਨੀ ਦੀ ਜ਼ਿੰਦਗੀ ਵਿੱਚ ਜੋ ਜਗ੍ਹਾ ਮੇਰੀ ਹੈ ਉਹ ਕਿਸੇ ਦੀ ਵੀ ਨਹੀਂ। ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਜਲਨ ਹੋ ਰਹੀ ਸੀ। ਜਦੋਂ ਮੋਟਰਸਾਈਕਲ ਮੇਰੀਆਂ ਨਜ਼ਰਾਂ ਤੋਂ ਗਾਇਬ ਹੋ ਗਈ ਤਾਂ ਮੈਂ ਆਪਣੀ ਮੋਟਰਸਾਈਕਲ ਦੀ ਸਪੀਡ ਤੇਜ਼ ਕੀਤੀ ਤੇ ਪਿੰਡ ਤੋਂ ਬਾਹਰ ਨਿਕਲ ਆਇਆ। ਤੇ ਮੋਟਰਸਾਈਕਲ ਚਲਾਉਂਦੇ ਹੋਏ ਵੀ ਮੇਰੀ ਸਾਰੀ ਸੋਚ ਉਸ ਆਦਮੀ ਤੇ ਹੀ ਟਿਕੀ ਹੋਈ ਸੀ, ਜੋ ਅਚਾਨਕ ਤੋਂ ਸਾਡੀ ਜ਼ਿੰਦਗੀ ਵਿੱਚ ਬਿਨ ਬੁਲਾਏ ਦਾਖਲ ਹੋ ਗਿਆ। ਦਫ਼ਤਰ ਪਹੁੰਚ ਕੇ ਮੈਂ ਸਭ ਤੋਂ ਪਹਿਲਾਂ ਪਤਨੀ ਨੂੰ ਫੋਨ ਕੀਤਾ ਤੇ ਉਸ ਨੂੰ ਘਰ ਪਹੁੰਚਣ ਦਾ ਪੁੱਛਿਆ, ਤਾਂ ਉਸਨੇ ਕਿਹਾ ਕਿ ਮੈਂ ਉਸੇ ਔਰਤ ਦੇ ਘਰ ਵਿੱਚ ਹਾਂ, ਹੁਣ ਸ਼ਾਮ ਨੂੰ ਗੱਲ ਕਰਦੇ ਹਾਂ। ਜਦੋਂ ਉਸਨੇ ਇਸ ਤਰ੍ਹਾਂ ਕਿਹਾ ਤਾਂ ਮੇਰੇ ਦਿਲ ਅੰਦਰ ਇੱਕ ਚੀਸ ਜਿਹੀ ਉੱਠੀ, ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਪਤਨੀ ਕਿਸੇ ਹੋਰ ਬੇਗਾਨੇ ਮਰਦ ਨਾਲ ਇੰਨਾ ਟਾਈਮ ਬਾਹਰ ਰਹੇ। ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ। ਮੇਰੀਆਂ ਅੱਖਾਂ ਸਾਹਮਣੇ ਉਸ ਆਦਮੀ ਦਾ ਹੁਲੀਆ ਤੇ ਮੇਰੀ ਘਰਵਾਲੀ ਦੀ ਸ਼ਕਲ ਅੱਖਾਂ ਤੋਂ ਪਾਸੇ ਨਹੀਂ ਸੀ ਹੋ ਰਹੀ। ਮੇਰੇ ਮਨ ਵਿੱਚ ਤਾਂ ਗਲਤ ਖਿਆਲ ਆ ਰਹੇ ਸਨ ਕਿ ਉਹ ਆਦਮੀ ਮੇਰੀ ਪਤਨੀ ਦੇ ਨਾਲ, ਮੇਰੀ ਪਤਨੀ ਤੇ ਸਿਰਫ ਮੇਰਾ ਹੀ ਹੱਕ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਉਹ ਇੰਨਾ ਟਾਈਮ ਕਿਸੇ ਪਰਾਏ ਮਰਦ ਦੇ ਨਾਲ ਰਹੇ, ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦਾ। ਫਿਰ ਮੈਂ ਫੋਨ ਨੂੰ ਬੰਦ ਕਰਕੇ ਮੇਜ਼ ਦੇ ਉੱਪਰ ਰੱਖਿਆ ਤੇ ਲੰਬੀ ਜਿਹੀ ਸਾਹ ਲੈ ਕੇ ਕੰਮ ਤੇ ਲੱਗ ਗਿਆ, ਕਿਉਂਕਿ ਸਾਹਮਣੇ ਹੀ ਮਾਲਕ ਦਾ ਦਫ਼ਤਰ ਸੀ। ਸ਼ਾਮ ਤੱਕ ਮੈਂ ਬੈਠਾ ਦਫ਼ਤਰ ਵਿੱਚ ਹੀ ਕੰਮ ਕਰ ਰਿਹਾ ਸੀ। ਮੈਨੂੰ ਇਸੇ ਸੋਚ ਨੇ ਸਤਾਇਆ ਸੀ
ਪਰ ਜਿਵੇਂ ਹੀ ਮੈਂ ਕੰਮ ਤੋਂ ਵਿਹਲਾ ਹੋ ਕੇ ਦਫ਼ਤਰ ਤੋਂ ਬਾਹਰ ਨਿਕਲਿਆ ਤਾਂ ਇੱਕ ਵਾਰ ਫਿਰ ਸੋਚਿਆ ਤੇ ਇਹਨਾਂ ਸੋਚਾਂ ਨੇ ਮੇਰੇ ਦਿਮਾਗ ਵਿੱਚ ਘੇਰਾ ਬਣਾ ਲਿਆ ਸੀ। ਮੈਂ ਮੋਟਰਸਾਈਕਲ ਸਟਾਰਟ ਕੀਤਾ ਤੇ ਸਪੀਡ ਤੇਜ਼ ਕਰਕੇ ਸੜਕ ਤੇ ਮੋਟਰਸਾਈਕਲ ਦੌੜਾਉਣਾ ਸ਼ੁਰੂ ਕਰ ਦਿੱਤਾ। ਮੈਂ ਮੋਟਰਸਾਈਕਲ ਚਲਾਉਣ ਦੇ ਵੀ ਦਿਮਾਗ ਵਿੱਚ ਮੇਰੀ ਪਤਨੀ ਤੇ ਉਸ ਆਦਮੀ ਦਾ ਹੀ ਸੀਨ ਆ ਰਿਹਾ ਸੀ ਕਿ ਉਸ ਨੇ ਆਪਣੀਆਂ ਬਾਹਾਂ ਵਿੱਚ ਕਿਵੇਂ ਮੇਰੀ ਪਤਨੀ ਨੂੰ ਲਿਆ ਹੋਵੇਗਾ। ਪਤਾ ਨਹੀਂ ਕਿਉਂ ਮੇਰੇ ਅੰਦਰ ਬੁਰੇ ਬੁਰੇ ਖਿਆਲ ਹੀ ਆ ਰਹੇ ਸਨ। ਇਹ ਸੋਚ ਸੋਚ ਕੇ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਸੀ। ਤੇਜ਼ ਸਪੀਡ ਨਾਲ ਮੋਟਰਸਾਈਕਲ ਚਲਾ ਕੇ ਮੈਂ ਘਰ ਪਹੁੰਚਿਆ ਤੇ ਬੈਲ ਤੇ ਹੱਥ ਰੱਖ ਦਿੱਤਾ। ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਮਤਲਬ ਉਹ ਹੁਣ ਤੱਕ ਘਰ ਨਹੀਂ ਸੀ ਆਈ। ਗੁੱਸੇ ਵਿੱਚ ਮੈਂ ਦੂਜੀ ਚਾਬੀ ਕੱਢ ਕੇ ਤਾਲਾ ਖੋਲ੍ਹਿਆ ਤੇ ਘਰ ਦੇ ਅੰਦਰ ਜਾ ਕੇ ਬੈਗ ਟੇਬਲ ਤੇ ਰੱਖ ਦਿੱਤਾ ਤੇ ਰਸੋਈ ਵਿੱਚ ਜਾ ਕੇ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਮੂੰਹ ਨੂੰ ਲਗਾ ਕੇ ਸਾਰੀ ਬੋਤਲ ਖਤਮ ਕਰ ਲਈ। ਪਾਣੀ ਪੀ ਕੇ ਮੇਰਾ ਗੁੱਸਾ ਥੋੜਾ ਘੱਟ ਹੋਇਆ ਤਾਂ ਮੈਂ ਇੱਕ ਵਾਰ ਫਿਰ ਤੋਂ ਆਪਣੀ ਪਤਨੀ ਨੂੰ ਫੋਨ ਕੀਤਾ। ਪਹਿਲੀ ਹੀ ਬੈਲ ਤੇ ਉਸਨੇ ਮੇਰਾ ਫੋਨ ਚੁੱਕ ਲਿਆ। ਮੈਂ ਜਦੋਂ ਮੇਰਾ ਫੋਨ ਚੱਕਿਆ ਹੀ ਸੀ ਤਾਂ ਮੈਂ ਸਵਾਲ ਕੀਤਾ, ਕਦੋਂ ਤੱਕ ਘਰ ਆਵੇਂਗੀ? ਤਾਂ ਉਹ ਬੋਲੀ, ਸਵੇਰ ਹੋ ਜਾਵੇਗੀ, ਹਾਲਤ ਖਰਾਬ ਹੈ। ਇਸ ਤੋਂ ਪਹਿਲਾਂ ਮੈਂ ਉਸ ਨੂੰ ਕੁਝ ਕਹਿੰਦਾ ਉਹ ਫੋਨ ਰੱਖ ਚੁੱਕੀ ਸੀ। ਮੈਂ ਫੋਨ ਉੱਥੇ ਮੇਜ਼ ਤੇ ਰੱਖਿਆ ਤੇ ਖੁਦ ਉੱਥੇ ਕੁਰਸੀ ਤੇ ਬੈਠ ਗਿਆ। ਜੇ ਮੈਨੂੰ ਉਸ ਆਦਮੀ ਦੇ ਘਰ ਦਾ ਪਤਾ ਹੁੰਦਾ ਤਾਂ ਮੈਂ ਹੁਣ ਤੱਕ ਉਸ ਨੂੰ ਉੱਥੋਂ ਲੈ ਕੇ ਆ ਚੁੱਕਿਆ ਹੁੰਦਾ। ਪਰ ਏਦਾਂ ਕਰਨਾ ਵੀ ਮੈਨੂੰ ਸਹੀ ਨਹੀਂ ਸੀ ਲੱਗ ਰਿਹਾ, ਕਿਉਂਕਿ ਮੇਰੀ ਪਤਨੀ ਡਾਕਟਰ ਸੀ। ਐਵੇਂ ਉਸ ਨੂੰ ਕਿਸੇ ਮਰੀਜ਼ ਦੇ ਘਰ ਤੋਂ ਲੈ ਕੇ ਆਉਂਦਾ ਤਾਂ ਯਕੀਨਨ ਉਸ ਨੂੰ ਬਹੁਤ ਬੁਰਾ ਲੱਗਦਾ। ਵੈਸੇ ਵੀ ਉਹ ਬਾਕੀ ਕੁੜੀਆਂ ਦੀ ਤਰ੍ਹਾਂ ਨਹੀਂ ਸੀ। ਮੈਂ ਬਹੁਤ ਦੇਰ ਤੱਕ ਉੱਥੇ ਹੀ ਬੈਠਾ ਬੇਮਕਸਦ ਮੇਜ਼ ਨੂੰ ਘੂਰਦਾ ਰਿਹਾ। ਫਿਰ ਜਦੋਂ ਭੁੱਖ ਦਾ ਅਹਿਸਾਸ ਹੋਇਆ ਤਾਂ ਮੈਂ ਉੱਠਿਆ ਤੇ ਖਾਣਾ ਗਰਮ ਕਰਕੇ ਪਲੇਟ ਵਿੱਚ ਪਾ ਕੇ ਲੈ ਆਇਆ। ਖਾਣੇ ਦੇ ਬਾਅਦ ਮੈਂ ਸੋਚਿਆ ਹੁਣ ਪਤਨੀ ਤਾਂ ਘਰ ਵਿੱਚ ਨਹੀਂ ਤਾਂ ਟੀਵੀ ਦੇਖ ਲਵਾਂ। ਪਰ ਪਹਿਲੀ ਨਿਊਜ਼ ਸੁਣ ਕੇ ਮੇਰਾ ਦਿਮਾਗ ਖਰਾਬ ਹੋ ਗਿਆ। ਸ਼ਹਿਰ ਵਿੱਚ ਰੋਜ਼-ਰੋਜ਼ ਹੁੰਦੇ ਅਜੀਬ ਵਾਕੇ ਸੁਣ ਕੇ ਮੇਰਾ ਦਿਮਾਗ ਹੋਰ ਵੀ ਖਰਾਬ ਹੋ ਗਿਆ, ਕਿਉਂਕਿ ਕਿਤੇ ਨਾ ਕਿਤੇ ਹਰ ਰੋਜ਼ ਇਹੀ ਖਬਰ ਆਉਂਦੀ ਸੀ ਕਿ ਕਿਸੇ ਕੁੜੀ ਦਾ ਜਾਂ ਕਿਸੇ ਔਰਤ ਦਾ ਬਲਾਤਕਾਰ ਕਰ ਦਿੱਤਾ ਜਾਂ ਕਿਸੇ ਦੀ ਪਤਨੀ ਆਪਣੇ ਆਸ਼ਕ ਨਾਲ ਭੱਜ ਗਈ। ਜਦੋਂ ਮੈਂ ਉਹੀ ਖਬਰਾਂ ਟੀਵੀ ਦੇ ਉੱਪਰ ਸੁਣੀਆਂ ਤਾਂ ਮੈਂ ਫਟਾਫਟ ਟੀਵੀ ਬੰਦ ਕਰ ਦਿੱਤਾ। ਮੇਰੇ ਸਰੀਰ ਵਿੱਚ ਪੂਰੀ ਤਰ੍ਹਾਂ ਡਰ ਬੈਠ ਗਿਆ ਸੀ, ਕਿਤੇ ਮੇਰੀ ਪਤਨੀ ਮੇਰੇ ਹੱਥਾਂ ਵਿੱਚੋਂ ਹੀ ਨਾ ਨਿਕਲ ਜਾਵੇ। ਪਰੇਸ਼ਾਨੀ ਨਾਲ ਮੈਂ ਇੱਕ ਵਾਰ ਫਿਰ ਆਪਣੀ ਪਤਨੀ ਨੂੰ ਫੋਨ ਕੀਤਾ, ਪਰ ਹੁਣ ਉਸਦਾ ਫੋਨ ਨੰਬਰ ਬੰਦ ਆ ਰਿਹਾ ਸੀ। ਉਸੇ ਤਰ੍ਹਾਂ ਮੈਂ ਉਸ ਨੂੰ ਕਈ ਵਾਰ ਫੋਨ ਕੀਤਾ, ਪਰ ਜਵਾਬ ਨਹੀਂ ਆਇਆ। ਮੈਂ ਫੋਨ ਨੂੰ ਮੇਜ਼ ਤੇ ਰੱਖਿਆ ਤੇ ਕੁਰਸੀ ਦੇ ਉੱਪਰ ਹੀ ਲੰਬਾ ਲੇਟ ਗਿਆ। ਪਤਾ ਨਹੀਂ ਉਹ ਆਦਮੀ ਅਚਾਨਕ ਕਿੱਥੋਂ ਆਇਆ। ਨਾ ਹੀ ਉਸਦਾ ਕੋਈ ਅਤਾ ਪਤਾ ਹੈ ਤੇ ਨਾ ਹੀ ਉਸ ਨੂੰ ਪਹਿਲਾਂ ਕਦੇ ਦੇਖਿਆ ਸੀ। ਕਿਤੇ ਮੇਰੀ ਪਤਨੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਜਾਂ ਫਿਰ ਕਿਤੇ ਉਹ ਮੇਰੇ ਤੋਂ ਖੋਹ ਹੀ ਨਾ ਲਵੇ। ਜੇ ਏਦਾਂ ਹੋਇਆ ਤਾਂ ਪਿੰਡ ਵਿੱਚ ਮੇਰੀ ਕੀ ਇੱਜ਼ਤ ਰਹਿ ਜਾਵੇਗੀ। ਸਾਰੇ ਸੋਚਣਗੇ ਕਿ ਮੇਰੇ ਤੋਂ ਇੱਕ ਔਰਤ ਹੀ ਨਹੀਂ ਸੰਭਾਲੀ ਜਾਂਦੀ। ਮੈਂ ਉਸ ਨੂੰ ਕੱਲ ਹੀ ਮਨਾ ਕਰੂੰਗਾ। ਉਸ ਆਦਮੀ ਦੇ ਨਾਲ ਜਾਣ ਲਈ ਮੈਂ ਪੂਰੀ ਰਾਤ ਉਸੇ ਕੁਰਸੀ ਤੇ ਬੈਠਾ ਰਿਹਾ ਤੇ ਉੱਥੇ ਹੀ ਸੌਂ ਗਿਆ। ਪੂਰੀ ਰਾਤ ਗੁਜ਼ਰਨ ਤੋਂ ਬਾਅਦ ਜਦੋਂ ਸਵੇਰ ਕਿਸੇ ਨੇ ਸਾਡੇ ਦਰਵਾਜ਼ੇ ਤੇ ਆਉਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤਾਂ ਮੈਂ ਦੁਖਦੀਆਂ ਲੱਤਾਂ ਦੇ ਨਾਲ ਉੱਠਿਆ ਤੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਹੀ ਮੇਰੀ ਪਤਨੀ ਖੜੀ ਸੀ, ਪਰ ਉਸ ਦੀ ਨਜ਼ਰ ਗਲੀ ਵਿੱਚੋਂ ਜਾਂਦੇ ਉਸ ਆਦਮੀ ਦੇ ਵੱਲ ਸੀ ਜੋ ਮੋਟਰਸਾਈਕਲ ਤੇ ਹੁਣੇ-ਹੁਣੇ ਮੇਰੀ ਪਤਨੀ ਨੂੰ ਛੱਡ ਕੇ ਗਿਆ ਸੀ। ਮੈਂ ਖਾਮੋਸ਼ ਸੀ ਤੇ ਮੇਰਾ ਅੰਦਰੋਂ ਗੁੱਸੇ ਨਾਲ ਸਰੀਰ ਭਖ ਰਿਹਾ ਸੀ। ਮੈਂ ਅੰਦਰ ਆ ਗਿਆ। ਉਹ ਵੀ ਦਰਵਾਜ਼ਾ ਬੰਦ ਕਰਕੇ ਅੰਦਰ ਆਈ। ਆਪਣਾ ਬੈਗ ਮੇਜ਼ ਤੇ ਰੱਖ ਕੁਰਸੀ ਤੇ ਬੈਠਦੀ ਸੀ ਤਾਂ ਮੇਰੇ ਅੰਦਰ ਉਬਲਦੇ ਹੋਏ ਤੂਫਾਨ ਦੇ ਨਾਲ ਗਰਮ ਬੋਲਾਂ ਨਾਲ ਮੈਂ ਉਸ ਨੂੰ ਕਿਹਾ, ਤੂੰ ਹੁਣ ਉਸ ਆਦਮੀ ਦੇ ਨਾਲ ਉਸਦੇ ਘਰ ਨਹੀਂ ਜਾਵੇਂਗੀ? ਮੈਂ ਖੜੇ ਉਸਦੀਆਂ ਬੰਦ ਅੱਖਾਂ ਨੂੰ ਦੇਖ ਕੇ ਕਿਹਾ। ਉਸਨੇ ਅੱਖਾਂ ਬੰਦ ਨਾਲ ਹੀ ਜਵਾਬ ਦਿੱਤਾ ਕਿ ਉਸ ਨੂੰ ਸਾਡੀ ਜ਼ਰੂਰਤ ਹੈ। ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਉਸਦੀ ਮਾਂ ਬਿਮਾਰ ਹੈ। ਮੈਂ ਕਹਿ ਰਿਹਾ ਹਾਂ ਨਾ ਕਿ ਤੂੰ ਨਹੀਂ ਜਾਵੇਂਗੀ। ਹੁਣ ਉਹ ਆਪਣੀ ਮਾਂ ਨੂੰ ਹਸਪਤਾਲ ਲੈ ਜਾਇਆ ਕਰੇਗਾ। ਉਸਦੇ ਸਾਹਮਣੇ ਬੈਠਦੇ ਹੋਏ ਮੈਂ ਬੋਲਿਆ ਤਾਂ ਉਹ ਹੁਣ ਵੀ ਅੱਖਾਂ ਖੋਲ੍ਹ ਕੇ ਸਿੱਧੀ ਹੋ ਕੇ ਬੈਠ ਚੁੱਕੀ ਸੀ ਤੇ ਉਸਦੇ ਸਿਰ ਦੇ ਵਾਲ ਉਸਨੇ ਖੋਲ੍ਹ ਲਏ ਸੀ। ਪਰ ਮੈਨੂੰ ਉਸਦੇ ਖੁੱਲ੍ਹੇ ਵਾਲ ਵੀ ਹੁਣ ਬਹੁਤ ਭੈੜੇ ਲੱਗ ਰਹੇ ਸਨ ਤੇ ਉਹ ਆਦਮੀ ਮੈਨੂੰ ਜ਼ਹਿਰ ਲੱਗ ਰਿਹਾ ਸੀ। ਤੁਸੀਂ ਚਾਹੁੰਦੇ ਕੀ ਹੋ? ਮੈਂ ਇਹ ਕੰਮ ਕਰਨਾ ਛੱਡ ਦੇਵਾਂ ਤੇ ਘਰ ਵਿੱਚ ਨਿਕਾਰਾ ਹੋ ਕੇ ਬੈਠ ਜਾਵਾਂ?
ਮੇਰੀ ਡਿਗਰੀ ਕਿਸੇ ਕੰਮ ਦੀ ਨਹੀਂ ਰਹੇਗੀ। ਇਹੀ ਚਾਹੁੰਦੇ ਹੋ ਤੁਸੀਂ? ਮੈਂ ਕਦੋਂ ਕਿਹਾ ਕਿ ਤੂੰ ਇਹ ਨੌਕਰੀ ਛੱਡ ਦੇ, ਤੂੰ ਇਹ ਕੰਮ ਕਰ, ਪਰ ਉਸ ਆਦਮੀ ਦੇ ਘਰ ਨਾ ਜਾਇਆ ਕਰ। ਮੈਨੂੰ ਤੇਰਾ ਉਸਦੇ ਘਰ ਜਾਣਾ ਜਾਂ ਰੁਕਣਾ ਬਿਲਕੁਲ ਵੀ ਪਸੰਦ ਨਹੀਂ। ਮੇਰੀ ਪਤਨੀ ਕਹਿਣ ਲੱਗੀ, ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ? ਮੇਰੇ ਤੇ ਉਹ ਸਖਤੀ ਨਾਲ ਬੋਲੀ ਤਾਂ ਮੈਂ ਹੈਰਾਨ ਹੋ ਕੇ ਉਸ ਨੂੰ ਦੇਖਿਆ। ਨਹੀਂ, ਮੈਂ ਤੇਰੇ ਤੇ ਸ਼ੱਕ ਨਹੀਂ ਕਰ ਰਿਹਾ, ਮੈਂ ਉਸ ਆਦਮੀ ਤੇ ਸ਼ੱਕ ਕਰ ਰਿਹਾ ਹਾਂ, ਤੇ ਇਹ ਮੇਰਾ ਹੁਕਮ ਹੈ। ਤੂੰ ਹੁਣ ਉਸ ਆਦਮੀ ਦੇ ਨਾਲ ਨਹੀਂ ਜਾਵੇਂਗੀ। ਆਪਣੀ ਗੱਲ ਕਹਿੰਦਾ ਮੈਂ ਉੱਠਿਆ ਤੇ ਕਮਰੇ ਵੱਲ ਕਦਮ ਵਧਾ ਦਿੱਤੇ। ਹੁਣ ਉਹ ਮੇਰੀ ਗੱਲ ਤੇ ਜ਼ੋਰ ਨਾਲ ਚੀਕੀ ਤੇ ਬੋਲੀ, ਤੂੰ ਮੇਰੇ ਤੇ ਹੁਕਮ ਨਹੀਂ ਚਲਾ ਸਕਦਾ, ਸਮਝਿਆ? ਤੇ ਨਾ ਹੀ ਕਿਤੇ ਆਉਣ ਜਾਣ ਤੋਂ ਰੋਕ ਸਕਦਾ। ਅੱਜ ਉਹ ਜਿਸ ਤਰ੍ਹਾਂ ਮੇਰੇ ਨਾਲ ਬੋਲ ਰਹੀ ਸੀ, ਉਸ ਦੇ ਵਿੱਚ ਉਹੀ ਆਦਮੀ ਬੋਲ ਰਿਹਾ ਸੀ। ਇਹ ਮੈਨੂੰ ਵੀ ਹੁਣ ਪੱਕਾ ਵਿਸ਼ਵਾਸ ਹੋ ਗਿਆ ਸੀ। ਮੈਂ ਉਹਨਾਂ ਦੋਹਾਂ ਦੇ ਬਾਰੇ ਇਹ ਸਭ ਕੁਝ ਜਾਣਨਾ ਚਾਹੁੰਦਾ ਸੀ। ਹੁਣ ਮੈਂ ਆਪਣੇ ਦਿਮਾਗ ਵਿੱਚ ਇਹੀ ਸੋਚ ਲਿਆ ਸੀ ਕਿ ਮੈਂ ਹੁਣ ਉਹਨਾਂ ਦਾ ਪਰਦਾ ਫਾਸ਼ ਕਰਕੇ ਹੀ ਰਹਾਂਗਾ। ਉਹ ਕਿਵੇਂ ਆਪਣੇ ਜਿਸਮ ਦੀ ਭੁੱਖ ਕਾਰਨ ਉਹ ਹਰ ਰੋਜ਼ ਉਸ ਆਦਮੀ ਕੋਲ ਮਿਲਣ ਲਈ ਜਾਂਦੀ ਸੀ, ਜਦੋਂ ਕਿ ਸਾਡੇ ਦੋਹਾਂ ਵਿੱਚ ਰਿਸ਼ਤਾ ਬਹੁਤ ਵਧੀਆ ਸੀ। ਮੈਂ ਉਸ ਨੂੰ ਹਰ ਪਾਸਿਓਂ ਖੁਸ਼ ਰੱਖਦਾ ਸੀ, ਕਦੇ ਵੀ ਮੈਂ ਉਸ ਨੂੰ ਉਦਾਸ ਨਹੀਂ ਸੀ ਹੋਣ ਦਿੱਤਾ। ਉਸ ਦੀ ਹਰ ਖੁਸ਼ੀ ਲਈ ਮੈਂ ਹਰ ਟਾਈਮ ਹੀ ਉਸ ਦੇ ਲਈ ਤਿਆਰ ਰਹਿੰਦਾ ਸੀ। ਮੇਰੇ ਅੰਦਰ ਗੁੱਸੇ ਦੇ ਭਾਂਬੜ ਮੱਚ ਰਹੇ ਸਨ, ਪਰ ਮੈਂ ਚੁੱਪਚਾਪ ਦਫ਼ਤਰ ਲਈ ਤਿਆਰ ਹੋਣ ਲਈ ਕਮਰੇ ਵਿੱਚ ਆ ਗਿਆ। ਤਿਆਰ ਹੋ ਕੇ ਮੈਂ ਬਿਨਾਂ ਨਾਸ਼ਤੇ ਦੇ ਘਰ ਤੋਂ ਨਿਕਲ ਗਿਆ। ਮੈਨੂੰ ਲੱਗਿਆ ਸੀ ਕਿ ਉਹ ਮੈਨੂੰ ਰੋਕੇਗੀ ਤੇ ਨਾਸ਼ਤੇ ਲਈ ਪੁੱਛੇਗੀ, ਪਰ ਏਦਾਂ ਨਹੀਂ ਹੋਇਆ। ਹੁਣ ਉਹ ਬਦਲ ਗਈ ਸੀ। ਕੁਝ ਹੀ ਹਫ਼ਤਿਆਂ ਵਿੱਚ ਸਾਡੇ ਵਿੱਚ ਅਲੱਗ ਜਿਹਾ ਰਿਸ਼ਤਾ ਬਣ ਚੁੱਕਿਆ ਸੀ। ਮੈਂ ਗੁੱਸੇ ਨਾਲ ਮੋਟਰਸਾਈਕਲ ਸਟਾਰਟ ਕੀਤੀ ਤੇ ਦਫ਼ਤਰ ਆ ਗਿਆ, ਪਰ ਗੁੱਸੇ ਤੇ ਭੁੱਖ ਦੀ ਵਜ੍ਹਾ ਨਾਲ ਮੇਰਾ ਕੰਮ ਤੇ ਧਿਆਨ ਨਹੀਂ ਸੀ ਪੈ ਰਿਹਾ। ਦਫ਼ਤਰ ਤੋਂ ਛੁੱਟੀ ਲੈ ਕੇ ਮੈਂ ਬਾਹਰ ਨਿਕਲਿਆ ਤੇ ਦਫ਼ਤਰ ਤੋਂ ਦੂਰ ਇੱਕ ਢਾਬੇ ਤੇ ਨਾਸ਼ਤਾ ਕਰਨ ਆ ਗਿਆ। ਨਾਸ਼ਤਾ ਕਰਨ ਲਈ ਮੈਂ ਇੱਕ ਕੋਨੇ ਵਿੱਚ ਟੇਬਲ ਤੇ ਜਾ ਬੈਠਾ ਤੇ ਸਵੇਰੇ ਹੋਣ ਵਾਲੇ ਝਗੜੇ ਤੇ ਗੌਰ ਕਰਨ ਲੱਗਿਆ ਵੀ ਮੇਰੀ ਪਤਨੀ ਦਾ ਉਸ ਆਦਮੀ ਨੂੰ ਜਾਂਦੇ ਦੇਖਣਾ, ਉਸ ਆਦਮੀ ਦੇ ਘਰ ਜਾਣ ਲਈ ਮੇਰੇ ਨਾਲ ਝਗੜਨਾ, ਉਸ ਵਿੱਚੋਂ ਬਗਾਵਤ ਦੀ ਬਦਬੂ ਦਾ ਆਉਣਾ। ਮੈਂ ਇਹ ਸਾਰੀਆਂ ਗੱਲਾਂ ਸੋਚ ਰਿਹਾ ਸੀ ਕਿ ਇਹ ਇੱਕ ਦਿਨ ਵਿੱਚ ਨਹੀਂ ਹੋਇਆ। ਫਿਰ ਇਹ ਕੰਮ ਕੁਝ ਹਫ਼ਤਿਆਂ ਵਿੱਚ ਵੀ ਤਾਂ ਨਹੀਂ ਹੋ ਸਕਦਾ ਸੀ। ਲਾਜ਼ਮੀ ਹੀ ਉਸ ਆਦਮੀ ਨੂੰ ਵਿਆਹ ਤੋਂ ਪਹਿਲਾਂ ਵੀ ਉਹ ਮਿਲਦੀ ਰਹੀ ਹੋਵੇਗੀ, ਇਸ ਲਈ ਤਾਂ ਮੇਰੇ ਸਾਹਮਣੇ ਇਦਾਂ ਦੀ ਗੱਲ ਕਰ ਰਹੀ ਹੈ। ਇੱਕ ਸੋਚ ਖਤਮ ਹੋ ਗਈ ਤਾਂ ਦੂਜੀ ਆ ਗਈ। ਜਿਸ ਨੂੰ ਮੈਂ ਮਾਸੂਮ ਸਮਝ ਰਿਹਾ ਸੀ, ਉਹ ਵੀ ਉਸ ਆਦਮੀ ਦੇ ਨਾਲ ਮਿਲੀ ਹੋਈ ਸੀ। ਦੋਵੇਂ ਮਿਲ ਕੇ ਮੇਰੀਆਂ ਅੱਖਾਂ ਵਿੱਚ ਮਿੱਟੀ ਪਾ ਰਹੇ ਸੀ। ਉਹ ਆਦਮੀ ਆਪਣੀ ਮਾਂ ਦੀ ਬਿਮਾਰੀ ਦਾ ਫਾਇਦਾ ਉਠਾ ਕੇ ਉਸ ਨੂੰ ਆਪਣੇ ਨਾਲ ਲੈ ਕੇ ਜਾਂਦਾ। ਰੱਬ ਜਾਣੇ ਦੋਵਾਂ ਦੇ ਦਰਮਿਆਨ ਕਿੱਦਾਂ ਦਾ ਸੰਬੰਧ ਸੀ ਜੋ ਇੰਨਾ ਉਛਲ ਰਹੀ ਸੀ। ਉਸ ਦੇ ਘਰ ਜਾਣਾ, ਉਹਨਾਂ ਦੋਵਾਂ ਨੂੰ ਇਕੱਠੇ ਦੇਖਣਾ, ਮੇਰੇ ਸਰੀਰ ਵਿੱਚ ਅੱਗ ਲੱਗ ਗਈ ਸੀ, ਜਿਸ ਦੀ ਵਜ੍ਹਾ ਨਾਲ ਮੇਰਾ ਦਿਲ ਜਲ ਰਿਹਾ ਸੀ। ਦਿਲ ਵਿੱਚ ਇੰਨੀ ਵੱਡੀ ਨਫ਼ਰਤ ਪੈਦਾ ਹੋ ਚੁੱਕੀ ਸੀ। ਪਤਨੀ ਦਾ ਵਿਚਾਰ ਦਿਮਾਗ ਵਿੱਚ ਆਉਂਦੇ ਹੀ ਮੂੰਹ ਤੋਂ ਅਜੀਬ ਜਿਹੇ ਲਫ਼ਜ਼ ਨਿਕਲ ਆਉਂਦੇ ਸਨ। ਸ਼ਾਮ ਤੱਕ ਮੈਂ ਸੜਕ ਤੇ ਬੇਮਕਸਦ ਮੋਟਰਸਾਈਕਲ ਚਲਾਉਂਦਾ ਰਿਹਾ। ਫਿਰ ਸ਼ਾਮ ਤੱਕ ਮੈਂ ਘਰ ਆ ਗਿਆ। ਘਰ ਦੇ ਸਾਹਮਣੇ ਮੋਟਰਸਾਈਕਲ ਰੋਕੀ ਤਾਂ ਮੈਂ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਦਾਖਲ ਹੋ ਗਿਆ। ਅੰਦਰ ਕਮਰੇ ਵਿੱਚੋਂ ਕਿਸੇ ਦੀ ਆਵਾਜ਼ ਆ ਰਹੀ ਸੀ, ਪਰ ਮੈਂ ਬਗੈਰ ਖੜਕਾ ਕੀਤੇ ਕਮਰੇ ਦੇ ਬਾਹਰ ਖੜਾ ਹੋ ਗਿਆ ਤਾਂ ਮੇਰੀ ਪਤਨੀ ਨੂੰ ਦੇਖਿਆ ਕਿ ਉਹ ਕਮਰੇ ਵਿੱਚ ਇਕੱਲੀ ਸੀ ਤੇ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਸੁਣੋ, ਤੁਸੀਂ ਦਵਾਈ ਸਮੇਂ ਤੇ ਦਿੰਦੇ ਹੋ ਨਾ? ਦੇਖੋ, ਮੈਨੂੰ ਲੱਗਦਾ ਹੈ ਮੇਰਾ ਘਰ ਤੋਂ ਨਿਕਲ ਕੇ ਤੁਹਾਡੇ ਨਾਲ ਮੁਲਾਕਾਤ ਕਰਨਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਮੇਰਾ ਪਤੀ ਨਹੀਂ ਚਾਹੁੰਦਾ ਕਿ ਮੈਂ ਤੁਹਾਡੇ ਘਰ ਆਵਾਂ। ਪਰ ਤੁਸੀਂ ਧਿਆਨ ਰੱਖਣਾ, ਠੀਕ ਹੈ? ਜੇ ਹਾਲਤ ਜ਼ਿਆਦਾ ਖਰਾਬ ਹੋਏ ਤਾਂ ਸਾਨੂੰ ਆਪਣਾ ਆਖਰੀ ਕਦਮ ਉਠਾਉਣਾ ਹੋਵੇਗਾ। ਨਹੀਂ, ਮੈਨੂੰ ਉਸ ਦੀ ਚਿੰਤਾ ਨਹੀਂ। ਇਹ ਗੱਲ ਉਹ ਫੋਨ ਤੇ ਕਰ ਰਹੀ ਸੀ। ਜੋ ਪਤਨੀ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਮੈਂ ਦਰਵਾਜ਼ੇ ਕੋਲੋਂ ਲੰਘ ਕੇ ਰਸੋਈ ਵਿੱਚ ਆ ਗਿਆ ਤੇ ਜਾਣਬੁੱਝ ਕੇ ਜ਼ੋਰ ਨਾਲ ਭਾਂਡਿਆਂ ਦੀ ਆਵਾਜ਼ ਕੀਤੀ। ਜ਼ੋਰ ਨਾਲ ਇੱਕ ਗਲਾਸ ਨੂੰ ਉਠਾ ਕੇ ਮੈਂ ਸੈਲਫ ਤੋਂ ਸੁੱਟ ਦਿੱਤਾ ਤੇ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਜ਼ੋਰ ਨਾਲ ਸੈਲਫ ਤੇ ਰੱਖੀ। ਭਾਂਡਿਆਂ ਦੀ ਆਵਾਜ਼ ਸੁਣ ਕੇ ਉਹ ਕਮਰੇ ਵਿੱਚੋਂ ਹੀ ਖੜੀ ਬੋਲੀ, ਕੌਣ ਹੈ? ਉਸ ਦੀ ਆਵਾਜ਼ ਵਿੱਚ ਖੌਫ ਝਲਕ ਰਿਹਾ ਸੀ। ਮੈਂ ਕੋਈ ਵੀ ਜਵਾਬ ਦਿੱਤੇ ਬਗੈਰ ਬੋਤਲ ਦਾ ਢੱਕਣ ਖੋਲ੍ਹਿਆ ਤੇ ਗਲਾਸ ਵਿੱਚ ਪਾਣੀ ਪਾਇਆ। ਹੁਣ ਮੈਨੂੰ ਉਸ ਦੀ ਰਸੋਈ ਵੱਲ ਆਉਣ ਦੀ ਆਵਾਜ਼ ਆ ਰਹੀ ਸੀ। ਜਿਵੇਂ ਉਹ ਰਸੋਈ ਵਿੱਚ ਆਈ ਤਾਂ ਮੈਂ ਗਲਾਸ ਤੋਂ ਨਜ਼ਰ ਉਠਾ ਕੇ ਉਸ ਨੂੰ ਦੇਖਿਆ। ਉਸ ਦਾ ਰੰਗ ਉੱਡ ਚੁੱਕਿਆ ਸੀ, ਜਦੋਂ ਕਿ ਉਸਨੇ ਹੱਥ ਵਿੱਚ ਗੁਲਦਸਤਾ ਫੜਿਆ ਹੋਇਆ ਸੀ। ਮੈਂ ਵੀ ਚੌਂਕ ਗਿਆ। ਉਹ ਹੁਣ ਤੱਕ ਖੜੀ ਡਰਦੀਆਂ ਨਜ਼ਰਾਂ ਨਾਲ ਮੈਨੂੰ ਹੀ ਦੇਖ ਰਹੀ ਸੀ। ਮੈਂ ਗਲਾਸ ਖਾਲੀ ਕਰਕੇ ਸੈਲਫ ਤੇ ਰੱਖਿਆ ਤਾਂ ਉਸਨੇ
ਹੋਸ਼ ਦੀ ਦੁਨੀਆ ਵਿੱਚ ਕਦਮ ਰੱਖਿਆ ਤੇ ਗੁੱਸੇ ਵਿੱਚ ਬੋਲੀ ਕਿ ਤੁਸੀਂ ਬੈਲ ਨਹੀਂ ਦੇ ਸਕਦੇ ਸੀ। ਮੈਂ ਕਿੰਨਾ ਡਰ ਗਈ ਸੀ। ਮੈਂ ਉਸ ਨੂੰ ਖਾਮੋਸ਼ ਨਜ਼ਰਾਂ ਨਾਲ ਦੇਖਿਆ ਤੇ ਚੱਲਦਾ ਚੱਲਦਾ ਬਾਹਰ ਆਇਆ ਤੇ ਗੁਲਦਸਤਾ ਉਸਦੇ ਹੱਥ ਵਿੱਚੋਂ ਲੈ ਕੇ ਬੋਲਿਆ ਕਿ ਤੂੰ ਏਦਾਂ ਦਾ ਕੀ ਕਰ ਰਹੀ ਸੀ ਕਿ ਤੂੰ ਇੰਨਾ ਡਰ ਗਈ ਤੇ ਇਸ ਗੁਲਦਸਤੇ ਨਾਲ ਕਤਲ ਕਰਨ ਦਾ ਵੀ ਇਰਾਦਾ ਸੀ। ਕਤਲ ਦੇ ਲਾਫਜ਼ ਤੇ ਤਾਂ ਉਹ ਜਿਵੇਂ ਮਰਨ ਵਾਲੀ ਹੀ ਹੋ ਗਈ ਸੀ। ਉਸਦਾ ਰੰਗ ਉੱਡ ਗਿਆ ਸੀ। ਉੜਦੇ ਰੰਗ ਦੇ ਨਾਲ ਬੋਲੀ, ਮੈਂ ਕਿਉਂ ਕਰੂੰਗੀ ਕਿਸੇ ਦਾ ਕਤਲ? ਤੁਸੀਂ ਇਲਜ਼ਾਮ ਨਾ ਲਗਾਓ ਮੇਰੇ ਤੇ। ਮੈਂ ਕੁਝ ਨਹੀਂ ਕੀਤਾ ਤੇ ਇਹ ਗੁਲਦਸਤਾ ਮੈਂ ਸਿਰਫ ਆਪਣੀ ਹਿਫਾਜ਼ਤ ਦੇ ਲਈ ਹੀ ਫੜਿਆ ਹੋਇਆ ਸੀ। ਮੈਂ ਡਰ ਗਈ ਸੀ। ਮੈਂ ਉਸਦੀ ਇੰਨੀ ਲੰਬੀ ਚੌੜੀ ਗੱਲ ਸੁਣ ਕੇ ਆਪਣੇ ਹੱਥ ਵਿੱਚ ਫੜੇ ਹੋਏ ਗੁਲਦਸਤੇ ਨੂੰ ਉਸਦੀ ਜਗ੍ਹਾ ਤੇ ਰੱਖ ਦਿੱਤਾ ਤੇ ਮੈਂ ਕੱਪੜੇ ਬਦਲਣ ਆ ਗਿਆ ਸੀ। ਹੁਣ ਮੈਨੂੰ ਉਸ ਤੋਂ ਕੋਈ ਫਰਕ ਨਹੀਂ ਪੈਂਦਾ ਸੀ ਕਿ ਉਹ ਉਸ ਨਾਲ ਕੀ ਹੋ ਰਿਹਾ। ਬਸ ਹੁਣ ਮੈਨੂੰ ਕਿਸੇ ਚੀਜ਼ ਤੋਂ ਫਰਕ ਸੀ ਤਾਂ ਇਹ ਸੀ ਕਿ ਉਹ ਮੈਨੂੰ ਧੋਖਾ ਦੇਣ ਦੀ ਕਿੰਨੀ ਕੁ ਹੱਦ ਤੱਕ ਜਾ ਸਕਦੀ ਹੈ। ਮੈਂ ਸਾਰੀ ਰਾਤ ਕਮਰੇ ਦੀ ਛੱਤ ਵੱਲ ਦੇਖਦਾ ਰਿਹਾ ਤੇ ਮੇਰੀ ਘਰ ਵਾਲੀ ਜੋ ਫੋਨ ਤੇ ਗੱਲ ਕਰ ਰਹੀ ਸੀ ਉਸ ਬਾਰੇ ਹੀ ਸੋਚਦਾ ਰਿਹਾ। ਤਾਂ ਮੈਨੂੰ ਖੁਦ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਿਸ ਨਾਲ ਗੱਲ ਕਰ ਰਹੀ ਸੀ। ਉਸ ਦਾ ਆਖਰੀ ਕੰਮ ਕੀ ਸੀ? ਕਿਤੇ ਉਹ ਭੱਜਣ ਦਾ ਇਰਾਦਾ ਤਾਂ ਨਹੀਂ ਕਰ ਰਹੀ ਸੀ। ਮੈਂ ਕੀ ਕਰੂੰਗਾ ਜੇ ਉਹ ਘਰ ਤੋਂ ਭੱਜ ਗਈ? ਤਾਂ ਮੈਂ ਕਿਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੂੰਗਾ। ਮੇਰੀ ਪਿੰਡ ਵਿੱਚ ਕੀ ਇੱਜ਼ਤ ਰਹਿ ਜਾਵੇਗੀ? ਨਹੀਂ, ਮੈਨੂੰ ਜਲਦੀ ਕੁਝ ਕਰਨਾ ਹੋਵੇਗਾ। ਪਰ ਇੱਕ ਮਿੰਟ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਉਸ ਆਦਮੀ ਦੇ ਨਾਲ ਭੱਜਣ ਦੀ ਬਜਾਏ ਕਿਸੇ ਹੋਰ ਦੇ ਨਾਲ ਭੱਜਣ ਦਾ ਸੋਚ ਰਹੀ ਹੋਵੇ ਤੇ ਜ਼ਾਹਿਰ ਇਵੇਂ ਕਰ ਰਹੀ ਹੋਵੇ ਕਿ ਉਹ ਮੈਨੂੰ ਜਾਣ ਬੁੱਝ ਕੇ ਉਲਝਾ ਰਹੀ ਹੋਵੇ। ਉਸਨੇ ਹੋਰ ਕਿਸੇ ਬੰਦੇ ਨਾਲ ਹੀ ਭੱਜਣਾ ਹੋਵੇ ਤਾਂ ਕਿ ਮੈਂ ਉਸਨੂੰ ਲੱਭ ਹੀ ਨਾ ਸਕਾਂ। ਕਿਤੇ ਇਹ ਮੇਰੀ ਨਜ਼ਰਾਂ ਵਿੱਚ ਮਿੱਟੀ ਪਾ ਚੁੱਕੀ ਸੀ ਤੇ ਮੈਂ ਉਸਨੂੰ ਗੌਰ ਨਾਲ ਦੇਖ ਕੇ ਸੋਚ ਰਿਹਾ ਸੀ ਤੇ ਫਿਰ ਕਰਵਟ ਲੈ ਕੇ ਸੌਂ ਗਿਆ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਵੀ ਉਹ ਆਦਮੀ ਘਰ ਦੇ ਸਾਹਮਣੇ ਆ ਗਿਆ ਸੀ ਤੇ ਮੇਰੀ ਪਤਨੀ ਮੇਰੇ ਸਾਹਮਣੇ ਉਸ ਦੇ ਨਾਲ ਚਲੀ ਗਈ ਸੀ। ਪਰ ਮੈਂ ਕੁਝ ਵੀ ਨਾ ਕਰ ਸਕਿਆ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਪੂਰਾ ਪਿੰਡ ਸਾਡਾ ਝਗੜਾ ਤੇ ਤਮਾਸ਼ਾ ਦੇਖੇ। ਇਸ ਲਈ ਮੈਂ ਸਬਰ ਦਾ ਕੜਵਾ ਘੁੱਟ ਪੀ ਕੇ ਦਫ਼ਤਰ ਆ ਗਿਆ। ਦਿਨ ਵਿੱਚ ਦਫ਼ਤਰ ਦਾ ਕੰਮ ਕਰਨ ਤੋਂ ਬਾਅਦ ਜਦੋਂ ਮੈਂ ਘਰ ਆਇਆ ਤਾਂ ਪੂਰਾ ਘਰ ਖਾਲੀ ਸੀ। ਮਤਲਬ ਅੱਜ ਵੀ ਉਹ ਨਹੀਂ ਆਵੇਗੀ। ਮੈਂ ਤੌਲੀਏ ਨਾਲ ਮੂੰਹ ਸਾਫ਼ ਕਰਕੇ ਬੈਗ ਮੇਜ਼ ਰੱਖਿਆ ਤੇ ਕੁਰਸੀ ਤੇ ਬੈਠ ਗਿਆ। ਜ਼ਿੰਦਗੀ ਵਿੱਚ ਸਕੂਨ ਦੇ ਦਿਨ ਵੀ ਆਏ ਸੀ। ਕਿੰਨਾ ਸਕੂਨ ਸੀ ਵਿਆਹ ਦੇ ਸ਼ੁਰੂ ਦੇ ਦਿਨਾਂ ਵਿੱਚ। ਪਰ ਹੁਣ ਤਾਂ ਜਿਵੇਂ ਹਰ ਚੀਜ਼ ਹੀ ਬਦਲ ਗਈ ਸੀ। ਕਦੇ ਕਦਾਰ ਤਾਂ ਮੈਨੂੰ ਲੱਗਦਾ ਸੀ ਕਿ ਉਹ ਬਸ ਵਿਆਹ ਦੇ ਸ਼ੁਰੂ ਦੇ ਦਿਨਾਂ ਵਿੱਚ ਹੀ ਚੰਗਾ ਬਣਨ ਦਾ ਨਾਟਕ ਕਰਦੀ ਸੀ ਤੇ ਹੁਣ ਡਰਾਮਾ ਕਰਕੇ ਥੱਕ ਚੁੱਕੀ ਸੀ ਤਾਂ ਆਪਣਾ ਅਸਲ ਚਿਹਰਾ ਮੈਨੂੰ ਦਿਖਾ ਰਹੀ ਸੀ। ਕਾਸ਼ ਮੈਂ ਇਸ ਔਰਤ ਨਾਲ ਵਿਆਹ ਹੀ ਨਾ ਕੀਤਾ ਹੁੰਦਾ। ਮੇਰਾ ਹੀ ਸੋਚ ਕੇ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ। ਅੱਜ ਦੀ ਰਾਤ ਵੀ ਮੈਂ ਕੁਰਸੀ ਤੇ ਬੈਠ ਕੇ ਹੀ ਗੁਜ਼ਾਰੀ ਸੀ। ਸਵੇਰ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਹੀ ਮੇਰੀ ਪਤਨੀ ਖੜੀ ਸੀ। ਉਸ ਆਦਮੀ ਨੂੰ ਹੱਥ ਹਿਲਾ ਕੇ ਉਸ ਨੂੰ ਬਾਏ ਬਾਏ ਕਹਿ ਰਹੀ ਸੀ ਤੇ ਮੈਂ ਉਸ ਨੂੰ ਮੁਸਕਰਾਉਂਦੇ ਦੇਖ ਰਿਹਾ ਸੀ। ਫਿਰ ਜਦੋਂ ਉਸ ਨੇ ਆਪਣਾ ਚਿਹਰਾ ਸਿੱਧਾ ਕੀਤਾ ਤੇ ਮੈਨੂੰ ਦੇਖਿਆ ਤੇ ਅੰਦਰ ਆ ਗਈ। ਦਰਵਾਜ਼ਾ ਬੰਦ ਕਰਨ ਤੋਂ ਬਾਅਦ ਉਹ ਘਰ ਵਿੱਚ ਚਲੀ ਗਈ। ਮੈਂ ਜਦੋਂ ਗਲੀ ਵਿੱਚੋਂ ਲੰਘਿਆ ਤਾਂ ਸਾਰੇ ਹੀ ਆਂਢ ਗੁਆਂਢ ਵਾਲੇ ਮੇਰੇ ਨਾਲ ਅਜੀਬ ਹੀ ਨਜ਼ਰਾਂ ਨਾਲ ਦੇਖਦੇ ਸੀ। ਮੇਰਾ ਦਿਲ ਡਰ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਮੇਰੀ ਘਰਵਾਲੀ ਦੀ ਸੱਚਾਈ ਦਾ ਪਤਾ ਲੱਗ ਗਿਆ। ਮੈਂ ਗੁੱਸੇ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਤੇ ਕਮਰੇ ਵਿੱਚ ਆ ਕੇ ਜ਼ੋਰ ਨਾਲ ਉਸਦੀ ਬਾਂਹ ਫੜ ਕੇ ਬੋਲਿਆ, ਕੀ ਤੂੰ ਹੁਣ ਮੇਰੀ ਪਤਨੀ ਦੀ ਹੈਸੀਅਤ ਨਾਲ ਇੱਥੇ ਰਹਿਨੀ ਹੈ? ਇਸ ਘਰ ਵਿੱਚ ਸਮਝੀ ਆਪਣੀ ਇਹ ਘਟੀਆ ਹਰਕਤਾਂ ਪਿੰਡ ਤੋਂ ਬਾਹਰ ਜਾ ਕੇ ਕਰਿਆ ਕਰ। ਇੱਥੇ ਮੇਰੀ ਇੱਜ਼ਤ ਬਣੀ ਹੋਈ ਹੈ। ਮੇਰੀ ਗੱਲ ਤਾਂ ਉਸਨੇ ਅਣਸੁਣੀ ਕਰ ਦਿੱਤੀ ਤੇ ਆਪਣੀ ਬਾਂਹ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਖੂਨ ਭਰੀਆਂ ਅੱਖਾਂ ਨਾਲ ਉਸਨੂੰ ਦੇਖਿਆ ਤੇ ਜ਼ੋਰ ਨਾਲ ਬਿਸਤਰੇ ਤੇ ਧੱਕਾ ਦੇ ਕੇ ਸਿੱਟ ਦਿੱਤਾ। ਕਮਰੇ ਤੋਂ ਬਾਹਰ ਨਿਕਲ ਗਿਆ ਸਿਗਰਟ ਫੂਕਣਾ ਸ਼ੁਰੂ ਕਰ ਦਿੱਤਾ। ਇੰਨੀ ਗਰਮੀ ਨਾਲ ਮੇਰਾ ਸਰੀਰ ਅੱਗ ਤਰ੍ਹਾਂ ਭਖ ਰਿਹਾ ਸੀ। ਪਤਨੀ ਦਾ ਰਵੱਈਆ ਮੇਰੇ ਦਿਮਾਗ ਵਿੱਚ ਆ ਚੁੱਕਿਆ ਸੀ ਤਾਂ ਉਸਦਾ ਬਿਖਰਿਆ ਹੋਇਆ ਹੁਲੀਆ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਤਾਂ ਮੇਰਾ ਦਿਲ ਕੀਤਾ ਕਿ ਮੈਂ ਹਰ ਚੀਜ਼ ਤਹਿਸ ਨਹਿਸ ਕਰ ਦੇਵਾਂ ਤੇ ਖੁਦ ਕਿਤੇ ਚਲਾ ਜਾਵਾਂ ਜਿੱਥੇ ਮੈਨੂੰ ਕੋਈ ਜਾਣਦਾ ਹੀ ਨਾ ਹੋਵੇ। ਮੈਂ ਲੋਕਾਂ ਦੇ ਸਵਾਲਾਂ ਦੀਆਂ ਨਜ਼ਰਾਂ ਤੋਂ ਬਚ ਜਾਊਂਗਾ। ਰਾਤ ਤੱਕ ਮੈਂ ਛੱਤ ਤੇ ਬੈਠਾ ਰਿਹਾ। ਫਿਰ ਨੀਚੇ ਆਇਆ ਤੇ ਕੱਪੜੇ ਬਦਲ ਕੇ ਘਰ ਤੋਂ ਬਾਹਰ ਨਿਕਲ ਗਿਆ ਤੇ ਬਾਹਰ ਤੋਂ ਹੀ ਖਾਣਾ ਖਾ ਕੇ ਰਾਤ ਤੱਕ ਘਰ ਵਾਪਸ ਆਇਆ। ਜਦੋਂ ਘਰ ਵਾਪਸ ਆਇਆ ਤਾਂ ਉਹ ਦੁਨੀਆ ਤੋਂ ਬੇਖਬਰ ਸੌਂ ਰਹੀ ਸੀ। ਇੱਕ ਪਲ ਤਾਂ ਮੇਰਾ ਦਿਲ ਚਾਹਿਆ ਕਿ ਮੈਂ ਉਸਦਾ ਗਲਾ ਦਬਾ ਦੇਵਾਂ
ਪਰ ਮੈਂ ਕਾਤਲ ਨਹੀਂ ਸੀ ਬਣਨਾ ਚਾਹੁੰਦਾ ਤੇ ਨਾ ਹੀ ਉਸਦੇ ਖੂਨ ਨਾਲ ਆਪਣੇ ਹੱਥ ਰੰਗਣਾ ਚਾਹੁੰਦਾ ਸੀ। ਦਿਲ ਦੇ ਕੋਨੇ ਵਿੱਚ ਮੇਰੀ ਮੁਹੱਬਤ ਬੇਈਮਾਨ ਹੋ ਗਈ ਸੀ, ਜਿਸ ਦੀ ਹਰ ਇੱਛਾ ਪੂਰੀ ਕੀਤੀ ਸੀ ਤੇ ਹਰ ਕੰਮ ਕਰਨ ਦੀ ਆਜ਼ਾਦੀ ਵੀ ਦਿੱਤੀ ਸੀ। ਉਹ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਬਾਹਰ ਆਪਣੇ ਸਰੀਰਕ ਸੰਬੰਧ ਬਣਾ ਰੱਖੇ ਸਨ। ਮੈਂ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ। ਇਹੀ ਸੋਚ ਕੇ ਮੇਰਾ ਦਮ ਘੁੱਟਣ ਲੱਗ ਗਿਆ ਸੀ। ਮੈਂ ਸੀਨੇ ਨੂੰ ਮਲਦਾ ਕਮਰੇ ਤੋਂ ਬਾਹਰ ਨਿਕਲਿਆ ਤੇ ਬਾਹਰ ਆ ਕੇ ਬੈਠ ਗਿਆ। ਘਰ ਦੀਆਂ ਕੰਧਾਂ ਮੈਨੂੰ ਤੰਗ ਹੋਣ ਲੱਗੀਆਂ ਸੀ। ਮੈਂ ਆਪਣੇ ਵਾਲਾਂ ਨੂੰ ਮੁੱਠੀ ਵਿੱਚ ਦਬੋਚਿਆ ਤੇ ਖਿੱਚਿਆ ਤੇ ਚੀਕਣਾ ਸ਼ੁਰੂ ਕਰ ਦਿੱਤਾ। ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿਣ ਲੱਗੇ ਸੀ। ਇਹ ਸਿਲਸਿਲਾ ਕਈ ਹਫ਼ਤਿਆਂ ਤੱਕ ਚੱਲਦਾ ਰਿਹਾ। ਇਸ ਦੌਰਾਨ ਮੇਰੀ ਪਤਨੀ ਦਾ ਵਿਵਹਾਰ ਖਤਰਨਾਕ ਹੋ ਚੁੱਕਿਆ ਸੀ। ਹੁਣ ਤਾਂ ਇਹ ਡਰ ਸੀ ਕਿ ਇੱਕ ਘਰ ਵਿੱਚ ਰਹਿੰਦੇ ਹੋਏ ਅਸੀਂ ਇੱਕ ਦੂਜੇ ਦੀ ਸ਼ਕਲ ਵੀ ਦੇਖਣਾ ਗਵਾਰਾ ਨਹੀਂ ਸੀ ਸਮਝਦੇ। ਉਹ ਆਪਣੀ ਮਰਜ਼ੀ ਨਾਲ ਆਉਂਦੀ ਸੀ ਤੇ ਆਪਣੀ ਮਰਜ਼ੀ ਨਾਲ ਹੀ ਜਾਂਦੀ ਸੀ। ਮੇਰੇ ਤੋਂ ਇਜਾਜ਼ਤ ਲੈਣਾ ਤਾਂ ਉਹ ਭੁੱਲ ਹੀ ਚੁੱਕੀ ਸੀ। ਉਸ ਮਰਦ ਦੇ ਇਸ਼ਕ ਨੇ ਉਸਨੂੰ ਇੰਨਾ ਨਿਡਰ ਬਣਾ ਦਿੱਤਾ ਸੀ ਕਿ ਇੱਕ ਰੋਜ਼ ਕਿਸੇ ਨੇ ਮੈਨੂੰ ਗੱਲਾਂ ਵਿੱਚ ਮੈਨੂੰ ਦੱਸਿਆ ਕਿ ਜੋ ਆਦਮੀ ਮੇਰੇ ਘਰ ਆਉਂਦਾ ਹੈ ਉਸਦੀ ਮਾਂ ਨੂੰ ਮਰੇ ਹੋਏ 5 ਸਾਲ ਹੋ ਚੁੱਕੇ ਸੀ। ਉਸ ਆਦਮੀ ਦੀ ਗੱਲ ਸੁਣ ਕੇ ਮੈਂ ਤਾਂ ਹੈਰਾਨੀ ਵਿੱਚ ਪੈ ਚੁੱਕਿਆ ਸੀ। ਮੈਂ ਉਸ ਆਦਮੀ ਨੂੰ ਜ਼ਰੂਰੀ ਕੰਮ ਦਾ ਕਹਿ ਕੇ ਦੁਕਾਨ ਤੋਂ ਬਾਹਰ ਨਿਕਲਿਆ ਤੇ ਘਰ ਆ ਗਿਆ। ਅੱਜ ਵੀ ਪਤਨੀ ਉਸ ਆਦਮੀ ਦੇ ਘਰ ਵਿੱਚ ਸਭ ਜਾਣ ਕੇ ਮੇਰਾ ਦਿਮਾਗ ਖਰਾਬ ਹੋ ਚੁੱਕਿਆ ਸੀ। ਆਖਰ ਉਸ ਆਦਮੀ ਨੇ ਝੂਠ ਕਿਉਂ ਬੋਲਿਆ? ਉਸਦੀ ਮਾਂ ਦੀ ਤਬੀਅਤ ਖਰਾਬ ਹੈ। ਆਖਰ ਉਸ ਤੋਂ ਪੁੱਛਿਆ ਕਿ ਤੂੰ ਹੁਣ ਕਿੱਥੇ ਜਾ ਰਹੀ ਹੈ ਤਾਂ ਉਹ ਬੋਲੀ ਕਿ ਉਸ ਆਦਮੀ ਦੀ ਮਾਂ ਦੀ ਤਬੀਅਤ ਖਰਾਬ ਹੈ, ਬਸ ਉਸੇ ਸਿਲਸਿਲੇ ਵਿੱਚ ਵਾਪਸ ਜਾ ਰਹੀ ਹਾਂ। ਠੀਕ ਹੈ। ਪਤਨੀ ਦੀਆਂ ਗੱਲਾਂ ਨੇ ਮੈਨੂੰ ਸ਼ੱਕ ਵਿੱਚ ਪਾ ਦਿੱਤਾ ਸੀ। ਉਸ ਦੀ ਹਾਲਤ ਦੇਖੀ ਤਾਂ ਮੈਨੂੰ ਇਹੀ ਲੱਗਿਆ ਕਿ ਸ਼ਾਇਦ ਉਹ ਭੱਜਣ ਦੀ ਤਿਆਰੀ ਕਰ ਰਹੀ ਸੀ। ਇੱਕਦਮ ਨਾਲ ਮੈਨੂੰ ਇੱਧਰ ਉੱਧਰ ਖਤਰੇ ਦੀ ਘੰਟੀ ਵੱਜਦੀ ਸੁਣਾਈ ਦੇ ਰਹੀ ਸੀ। ਜਦੋਂ ਉਹ ਘਰ ਤੋਂ ਬਾਹਰ ਨਿਕਲ ਕੇ ਥੋੜਾ ਦੂਰ ਚਲੀ ਗਈ ਤਾਂ ਮੈਂ ਉਸਦੇ ਪਿੱਛੇ ਹੀ ਆਪਣੇ ਮੋਟਰਸਾਈਕਲ ਲੈ ਕੇ ਨਿਕਲ ਆਇਆ। ਦੋਵੇਂ ਮੋਟਰਸਾਈਕਲ ਅੱਗੇ ਪਿੱਛੇ ਇੱਕ ਹੀ ਸਾਈਡ ਤੋਂ ਚੱਲ ਰਹੇ ਸਨ। ਥੋੜੇ ਸਫ਼ਰ ਦੇ ਵੱਲ ਜਦੋਂ ਅੱਗੇ ਵਾਲੀ ਮੋਟਰਸਾਈਕਲ ਰੋਕੀ ਤਾਂ ਮੈਂ ਵੀ ਆਪਣੀ ਮੋਟਰਸਾਈਕਲ ਥੋੜੀ ਦੂਰ ਖੜੀ ਕੀਤੀ ਤੇ ਉਸ ਉੱਚੇ ਜਿਹੇ ਮਕਾਨ ਨੂੰ ਜਾ ਕੇ ਦੇਖਿਆ ਤੇ ਫਿਰ ਪਤਨੀ ਨੂੰ ਦੇਖਿਆ। ਉਹ ਦੋਵੇਂ ਅੰਦਰ ਦਾਖਲ ਹੋ ਰਹੇ ਸੀ। ਮੈਂ ਵੀ ਉਹਨਾਂ ਦੇ ਪਿੱਛੇ ਮਕਾਨ ਵਿੱਚ ਦਾਖਲ ਹੋਇਆ ਤੇ ਉਸ ਕਮਰੇ ਵਿੱਚ ਆ ਗਿਆ ਜਿੱਥੇ ਉਹ ਦੋਵੇਂ ਗਏ ਸੀ। ਸਾਹਮਣੇ ਹੀ ਬਿਸਤਰ ਤੇ ਇੱਕ ਵਜੂਦ ਬੇਸੁੱਧ ਹੋਇਆ ਪਿਆ ਸੀ ਤੇ ਮੇਰੀ ਪਤਨੀ ਉਸ ਨੂੰ ਇੰਜੈਕਸ਼ਨ ਲਗਾ ਰਹੀ ਸੀ। ਤੇ ਫਿਰ ਉਹ ਦੋਵੇਂ ਖੜੇ ਹੋਏ ਤੇ ਕਮਰੇ ਦੇ ਦੂਜੇ ਕੋਨੇ ਵਿੱਚ ਖੜੇ ਹੋ ਕੇ ਗੱਲਾਂ ਕਰਨ ਲੱਗੇ। ਜਿਹੜਾ ਦੀਦੀ ਤੁਸੀਂ ਉਸ ਨੂੰ ਇੰਜੈਕਸ਼ਨ ਲਗਾ ਦਿੱਤਾ ਹੈ ਨਾ, ਤੁਹਾਨੂੰ ਕੀ ਲੱਗਦਾ ਕਿ ਉਹ ਹੁਣ ਮਰ ਜਾਵੇਗੀ? ਇਸ ਨੂੰ ਮੈਂ ਕਦੋਂ ਤੋਂ ਝੱਲ ਰਿਹਾ। ਉਸ ਆਦਮੀ ਦੇ ਅਲਫਾਜ਼ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਮੇਰੀ ਪਤਨੀ ਨੂੰ ਦੀਦੀ ਕਿਉਂ ਕਹਿ ਰਿਹਾ ਸੀ? ਹਾਂ ਮਰ ਜਾਵੇਗੀ। ਵੈਸੇ ਵੀ ਜੋ ਉਸ ਨੂੰ ਇੰਜੈਕਸ਼ਨ ਦਿੱਤਾ ਹੈ ਉਸਨੇ ਆਪਣਾ ਅਸਰ ਸ਼ੁਰੂ ਕਰ ਦਿੱਤਾ ਹੈ। ਹੁਣ ਇਹ 3 ਦਿਨਾਂ ਵਿੱਚ ਮਰ ਜਾਵੇਗੀ ਤੇ ਫਿਰ ਉਸਦੀ ਸਾਰੀ ਜਾਇਦਾਦ ਤੇਰੇ ਤੇ ਮੇਰੇ ਹਿੱਸੇ ਆ ਜਾਵੇਗੀ। ਹਾਂ ਦੀਦੀ, ਤੁਸੀਂ ਚਿੰਤਾ ਹੀ ਨਾ ਕਰੋ, ਮੈਂ ਤੁਹਾਨੂੰ ਵੀ ਬਰਾਬਰ ਦਾ ਹਿੱਸਾ ਦਿਆਂਗਾ। ਇਸ ਤੋਂ ਪਹਿਲਾਂ ਇਹ ਗੱਲ ਮੇਰੇ ਹੱਥੋਂ ਨਿਕਲ ਜਾਂਦੀ, ਮੈਂ ਤੁਰੰਤ ਪੁਲਿਸ ਨੂੰ ਫੋਨ ਕੀਤਾ। ਥੋੜੀ ਦੇਰ ਵਿੱਚ ਹੀ ਪੁਲਿਸ ਵੀ ਆ ਚੁੱਕੀ ਸੀ। ਪੁਲਿਸ ਕਮਰੇ ਵਿੱਚ ਦਾਖਲ ਹੋਈ। ਮੇਰੀ ਪਤਨੀ ਤੇ ਉਸ ਆਦਮੀ ਦਾ ਰੰਗ ਉੱਡ ਗਿਆ ਸੀ। ਮੈਂ ਅੱਗੇ ਵਧਿਆ ਤੇ ਉਸ ਆਦਮੀ ਨੂੰ ਜ਼ੋਰ ਨਾਲ ਥੱਪੜ ਮਾਰਿਆ ਤੇ ਉਸਦਾ ਗਲਾ ਫੜ ਲਿਆ ਤੇ ਜਲਦੀ ਨਾਲ ਦੱਸ, ਤੁਸੀਂ ਦੋਵੇਂ ਕੀ ਕਰ ਰਹੇ ਸੀ? ਵਰਨਾ ਮੈਂ ਤੇਰਾ ਬਹੁਤ ਹੀ ਬੁਰਾ ਹਸ਼ਰ ਕਰਾਂਗਾ। ਇੱਕ ਥੱਪੜ ਨਾਲ ਹੀ ਉਹ ਆਦਮੀ ਦੇ ਹੋਰ ਧਰ ਦਿੱਤਾ ਤਾਂ ਉਹ ਸੱਚ ਬੋਲਣਾ ਸ਼ੁਰੂ ਹੋ ਗਿਆ। ਇਹ ਮੇਰੀ ਭੈਣ ਹੈ। ਮੈਨੂੰ ਕੁਝ ਸਾਲ ਪਹਿਲਾਂ ਘਰ ਵਾਲਿਆਂ ਨੇ ਮੇਰੀ ਲਾਲਚ ਦੀ ਵਜ੍ਹਾ ਨਾਲ ਘਰ ਤੋਂ ਕੱਢ ਦਿੱਤਾ ਸੀ ਤੇ ਤੁਹਾਡੇ ਵਿਆਹ ਤੇ ਕਿਸੇ ਨੇ ਮੇਰਾ ਜ਼ਿਕਰ ਤੱਕ ਨਹੀਂ ਕੀਤਾ ਕਿਉਂਕਿ ਮੈਂ ਉਹਨਾਂ ਦੇ ਲਈ ਇੰਨਾ ਅਹਿਮ ਨਹੀਂ ਸੀ। ਜੇ ਕਿਤੇ ਘਰ ਤੋਂ ਨਿਕਲਣ ਤੋਂ ਬਾਅਦ ਮੈਂ ਉਸ ਕੁੜੀ ਨੂੰ ਆਪਣੇ ਪਿਆਰ ਦੇ ਝੂਠੇ ਜਾਲ ਵਿੱਚ ਫਸਾਇਆ। ਉਹ ਕੁੜੀ ਬਹੁਤ ਹੀ ਜਾਇਦਾਦ ਦੀ ਮਾਲਕਣ ਸੀ। ਕਿਉਂਕਿ ਮੈਂ ਨੌਕਰੀ ਵੀ ਨਹੀਂ ਸੀ ਕਰਦਾ, ਇਸ ਲਈ ਖਾਣ ਦੇ ਲਾਲੇ ਪੈ ਗਏ ਸਨ। ਉਦੋਂ ਮੈਂ ਉਸ ਨਾਲ ਵਿਆਹ ਕੀਤਾ। ਇੱਕ ਰੋਜ਼ ਮੈਂ ਤੁਹਾਨੂੰ ਤੇ ਦੀਦੀ ਨੂੰ ਬਾਜ਼ਾਰ ਵਿੱਚ ਦੇਖਿਆ। ਫਿਰ ਮੈਂ ਇੱਕ ਦਿਨ ਦੀਦੀ ਦੇ ਹਸਪਤਾਲ ਗਿਆ ਤੇ ਦੀਦੀ ਨੂੰ ਮਦਦ ਲਈ ਕਿਹਾ। ਦੀਦੀ ਨੂੰ ਸ਼ੁਰੂ ਤੋਂ ਹੀ ਮੇਰੇ ਨਾਲ ਬਹੁਤ ਪਿਆਰ ਸੀ, ਇਸ ਲਈ ਤੁਰੰਤ ਹੀ ਮੰਨ ਗਈ ਤੇ ਮਦਦ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਮੈਂ ਦੀਦੀ ਨੂੰ ਰੋਜ਼ ਲੈ ਕੇ ਜਾਂਦਾ ਸੀ। ਪਤਨੀ ਤੇ ਉਸਦੇ ਭਰਾ ਨੇ ਆਪਣਾ
ਜ਼ੁਲਮ ਕਬੂਲ ਕਰ ਲਿਆ ਸੀ। ਇਸ ਲਈ ਪੁਲਿਸ ਨੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਕੁੜੀ ਨੂੰ ਮੇਰੀ ਪਤਨੀ ਨੇ ਜ਼ਹਿਰ ਦਿੱਤਾ ਸੀ ਉਸ ਨੂੰ ਅਸੀਂ ਬਚਾ ਤਾਂ ਲਿਆ ਸੀ, ਪਰ ਜ਼ਹਿਰ ਨੇ ਉਸ ਕੁੜੀ ਦੇ ਗੁਰਦੇ ਤੇ ਅਸਰ ਕੀਤਾ ਸੀ, ਜਿਸ ਦੀ ਵਜ੍ਹਾ ਨਾਲ ਉਸ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਸੀ। ਪਤਨੀ ਤੇ ਉਸਦਾ ਭਰਾ ਜੇਲ੍ਹ ਵਿੱਚ ਆਪਣੇ ਕੀਤੇ ਦੀ ਸਜ਼ਾ ਕੱਟ ਰਹੇ ਸੀ। ਇੱਕ ਉਹ ਕੁੜੀ ਜਿਸ ਨੇ ਪਿਆਰ ਵਿੱਚ ਇੰਨੀ ਵੱਡੀ ਸਜ਼ਾ ਪਾਈ ਸੀ ਤੇ ਆਪਣੇ ਜਿਸਮ ਦੇ ਇੱਕ ਅਹਿਮ ਹਿੱਸੇ ਨੂੰ ਖੋ ਦਿੱਤਾ ਸੀ, ਤੇ ਇੱਕ ਮੈਂ ਜਿਸ ਨੇ ਆਪਣੀ ਪਤਨੀ ਤੋਂ ਧੋਖਾ ਖਾਧਾ ਸੀ। ਪਰ ਵਕਤ ਦਾ ਕੰਮ ਹੈ ਗੁਜ਼ਰ ਜਾਣਾ। ਕਦੇ ਕਦੇ ਇਹ ਸਮਾਂ ਵੀ ਜ਼ਖਮਾਂ ਦੇ ਨਾਲ ਗੁਜ਼ਰ ਗਿਆ। ਨਾਰਮਲ ਹੋਣ ਤੋਂ ਬਾਅਦ ਮੈਂ 1 ਸਾਲ ਤੋਂ ਬਾਅਦ ਵਿਆਹ ਕਰਵਾ ਲਿਆ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਮੇਰੀ ਪਤਨੀ ਬਹੁਤ ਹੀ ਸਮਝਦਾਰ, ਸੋਹਣੀ ਤੇ ਨੇਕ ਦਿਲ ਹੈ। ਖਾਸ ਤੌਰ ਤੇ ਬੱਚਿਆਂ ਦੀ ਪਰਵਰਿਸ਼ ਤੇ ਬਹੁਤ ਧਿਆਨ ਦਿੰਦੀ ਹੈ। ਇਸ ਲਈ ਬੱਚਿਆਂ ਨੂੰ ਲੈ ਕੇ ਮੈਂ ਵੀ ਬਹੁਤ ਵੇਖਦਾ ਰਹਿੰਦਾ ਸੀ। ਕਿਤੇ ਨਾ ਕਿਤੇ ਮੈਂ ਇਸ ਘਟਨਾ ਤੋਂ ਇਹ ਜ਼ਰੂਰ ਸਿੱਖਿਆ ਸੀ ਕਿ ਲਾਲਚ ਬਹੁਤ ਬੁਰਾ ਹੁੰਦਾ ਹੈ। ਕੀ ਮੈਂ ਪੁਲਿਸ ਨੂੰ ਬੁਲਾ ਕੇ ਠੀਕ ਕੀਤਾ ਸੀ, ਜਾਂ ਮੈਨੂੰ ਆਪਣੀ ਪਤਨੀ ਤੇ ਉਸਦੇ ਭਾਈ ਨੂੰ ਉਹਨਾਂ ਦੀ ਗਲਤੀ ਸੁਧਾਰਨ ਦਾ ਇੱਕ ਮੌਕਾ ਹੋਰ ਦੇਣਾ ਚਾਹੀਦਾ ਸੀ? ਪਤਨੀ ਦੇ ਘਰ ਵਾਲਿਆਂ ਨੇ ਜਿਸ ਤਰ੍ਹਾਂ ਨਾਲ ਆਪਣੇ ਮੁੰਡੇ ਨੂੰ ਘਰ ਤੋਂ ਕੱਢ ਦਿੱਤਾ ਸੀ, ਕੀ ਉਹ ਠੀਕ ਸੀ, ਜਾਂ ਉਹਨਾਂ ਨੂੰ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਕਿ ਲਾਲਚ ਇਨਸਾਨ ਨੂੰ ਇੰਨਾ ਨਾ ਕਰ ਦਿੰਦਾ ਹੈ ਕਿ ਇਨਸਾਨ ਚੰਗੇ ਤੇ ਬੁਰੇ ਦੀ ਤਮੀਜ਼ ਹੀ ਭੁੱਲ ਜਾਂਦਾ ਹੈ? ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਸਾਡੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਕਿ ਜਦੋਂ ਵੀ ਮੈਂ ਕੋਈ ਹੋਰ ਨਵੀਂ ਕਹਾਣੀ ਅਪਲੋਡ ਕਰਾਂ ਤਾਂ ਸਭ ਤੋਂ ਪਹਿਲਾਂ ਉਹ ਤੁਹਾਨੂੰ ਮਿਲੇ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।